शताब्दियां आ रही ਜਿਹੜੀਆਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ जी का प्रकाश दिहाड़ा आया गुरु के बाग के मोर्चे की शताब्दी अपने आ रही हाँ जी 100 साल पंजा साहब वाली आ रही है वो बारे करिए भाई चलो हाँ जी करो जी वाहिगुरु जी का खालसा वाहिगुरु जी की फतेह। कोई नहीं 40 मिनट आज साडा ਸਿੱਖ ਰਿਸਰਚ ਬੋਰਡ ਦੀ ਮੀਟਿੰਗ ਸੀ ਤੇ ਨਾਲ ਦੀ ਨਾਲ ਕੁਝ ਜਿਹੜੇ ਸਾਡੇ ਆਉਣ ਵਾਲੇ ਸਮੇਂ ਦੀਆਂ ਸ਼ਤਾਬਦੀਆਂ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ 400 ਸਾਲਾਂ ਨੂੰ ਸੰਪੂਰਨਤਾ ਦੀ ਉਹ ਵੀ ਗੁਰਪੁਰਬ ਆ ਰਹੇ ਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ पिछले साल आप शताब्दी शुरू की थी जिसकी संपूर्णता 21 तरीक को की जाऊगी। वो 19 तरीक को श्री अखंड पाठ साहब की परंपरा होगी और 20 तरीक को शाम को गुरु के महल सतगुरां के उस प्रकाश स्थान के उत्ते रात का कीर्तन दरबार होगा। 21 तरीक को सवेरे मंजी हाल गुरदान हाल के भोगों तो बाद बड़ा कीर्तन दरबार जिहदे विच ढाडी ते होर कथावाचक ते संत समाज के साडे महापुरुष जिहड़े उहदे विच हिस्सा लैणगे। उस तो इलावा साडे कोल क्योंकि एक शताब्दी पंजा साहब के शहीदों की पंजा साहब का जो साका वो भी आ रही है पर उस तो पहला एक साडा सिख पंथ का बहुत बड़ा मोर्चा गुरु के बाग का मोर्चा जिहदे विच सिंह जांदे सी शांतमई ढंग दे नाल वो उत्थे जाके अपना विरोध करते सी पर उन्हां दे विच बहुत सारे जिन्ने भी गए तकरीबन सारे शहीदियां पाउंदे रहे। ये भी असीं एक श्रोमणी गुरुद्वारा प्रबंधक कमेटी वालों फैसला किया कि 8 अगस्त को जदों उस मोर्चे की शुरुआत हुई सी भावें उसकी संपूर्णता नवंबर दे विच जाके हुई उहदा भी एक बड़ा समागम गुरु के बाग के मोर्चे के शहीदों को वो भी श्रोमणी गुरुद्वारा प्रबंधक कमेटी 8 अगस्त को इत्थे मनाऊगी। दूसरा जिहड़ा 30 अक्तूबर 2022 ਨੂੰ पंजा साहब का जिहड़ा महान साका ਉਹਦੀ भी जिहड़ी 100 साला शताब्दी आ वो विदेश च पाकिस्तान च भी मनाई जाऊगी। जिद्दां पहला भी कहा सी असीं यतन करांगे सानूं वड्डे जथे की प्रवानगी मिल जाए ते इत्थे भी अमृतसर विखे भी एक बड़ा समागम उन्हां महान शहीदों को समर्पित मनाया जाऊगा। दूसरी एक 75 साल जी देश की आजादी की बरेगंढ आ रही है पर जिन्ना क मुलांकन असीं कीता साडे नाल जिहड़े हिस्टोरीअन ने उन्हें भी कि जिन्ना भी हुण तक लिटरेचर लिख होया उहदे विच सिखां दा तुक मात्र किते जिक्र नहीं आजादी की लड़ाई दे विच कीता गया। ते श्रोमणी गुरुद्वारा प्रबंधक कमेटी ਇਹਦੇ ਸੰਬੰਧ ਦੇ ਵਿੱਚ ਇੱਕ ਆਪਣਾ ਕਿਤਾਬਚਾ ਉਹ ਸਾਰਾ ਆਪਣੇ ਮਹਾਨ ਸ਼ਹੀਦਾਂ ਦਾ ਜਿਨ੍ਹਾਂ ਨੇ ਬੜਾ ਯੋਗਦਾਨ ਪਾਇਆ ਉਹ ਜਿਹੜਾ ਵੱਖਰਾ ਕਿਤਾਬਚਾ ਅਸੀਂ ਅੱਜ ਤੋਂ ਯਤਨ ਪ੍ਰਾਰੰਭ ਕਰ ਦਿੱਤੇ ਆ ਤੇ ਉਹਦੇ ਵਿੱਚ ਜਿਨ੍ਹਾਂ ਦਾ ਸਹਿਯੋਗ ਲੈਣਾ ਉਹਨਾਂ ਨਾਲ ਵੀ ਬੈਠ ਕੇ ਅੱਜ ਮੀਟਿੰਗ ਹੋਈ ਆ ਉਹ ਅਸੀਂ ਵੱਖਰਾ ਜਿਹੜਾ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਕਿਵੇਂ ਕਿਵੇਂ ਸਾਰਾ ਜਿਹੜਾ ਉਹ ਚੱਲਿਆ ਉਹਦੀ ਗਾਥਾ ਉਹਦੇ ਵਿੱਚ ਜਿਹੜੀ ਉਹ ਦੱਸੀ ਜਾਊਗੀ। ਕਿਉਂਕਿ ਕਾਲਾ ਪਾਣੀ ਦਾ ਜਿਹੜਾ ਇਤਿਹਾਸ ਆ ਉਹ ਵੀ ਇੱਕ ਦੁਰਲੱਭ ਆ ਤੇ ਕਾਲੇ ਪਾਣੀ ਦੇ ਵਿੱਚ ਮੇਰਾ ਖਿਆਲ ਮੈਕਸਿਮਮ ਜਿਹੜੀਆਂ ਪਨਿਸ਼ਮੈਂਟਸ ਉਹ ਸਿੱਖਾਂ ਨੇ ਆਪਣੇ ਪਿੰਡ ਤੇ ਹਟਾਈ। ਉਹਦਾ ਸਾਡਾ ਬੜਾ ਲੰਬੇ ਅਰਸੇ ਦਾ ਉਹ ਪਈ ਸੀ ਸਾਡੀ ਕਿਤਾਬ ਸਾਡੇ ਮਾਰ ਉੱਥੇ
ਅੰਡੇਮਾਨ ਨਿਕੋਬਾਰ ਜਾ ਕੇ ਵੀ ਆਏ। ਉੱਥੇ ਵੀ ਜਿਹੜੇ ਉਹਨਾਂ ਦੇ ਨੇਮ ਪਲੇਟਸ ਲੱਗੀਆਂ, ਉੱਥੋਂ ਵੀ ਉਹਨਾਂ ਨੇ ਸਰੋਤ ਲਏ। ਕੁਝ ਸਰੋਤ ਉਹਨੇ ਇਤਿਹਾਸ ਦੇ ਵੀ ਚੱਕੇ। ਉਹ ਸਾਡੇ ਕੋਲ ਸਾਰੀ ਬੁੱਕ ਤਿਆਰ ਹੋ ਕੇ ਉਹਦਾ ਖਰੜਾ ਆ ਗਿਆ ਤੇ ਡਾਕਟਰ ਪਰਮਵੀਰ ਸਿੰਘ ਜੀ ਉਹਦੀ ਖੋਜ ਕਰ ਰਹੇ ਆ ਤੇ ਉਹ ਅਸੀਂ ਇੱਕ ਆਪਣੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਰਾ ਜਿਹੜਾ ਆ ਕਾਲੇ ਪਾਣੀ ਦਾ ਇਤਿਹਾਸ ਉਹ ਵੀ ਲਿਖਾਂਗੇ ਸਾਰਾ। ਸੋ ਇਹ ਇੱਕ ਜਿਹੜੀ ਚੇਚੇ ਤੌਰ ਦੇ ਉੱਤੇ ਜਿਹੜਾ 100 ਸਾਲਾ ਸ਼ਤਾਬਦੀ ਪੰਜਾ ਸਾਹਿਬ ਦੀ ਆ ਰਹੀ ਆ, ਉਹਦੇ ਵਿੱਚ ਜਿਨ੍ਹਾਂ ਨੇ ਉਹ ਜਥੇ ਨੂੰ ਲੀਡ ਕੀਤਾ, ਸਾਡੇ ਮੁੱਖ ਜਿਹੜੇ ਸ਼ਹੀਦ ਭਾਈ ਕਰਮ ਸਿੰਘ ਜੀ, ਸ਼ਹੀਦ ਭਾਈ ਪ੍ਰਤਾਪ ਸਿੰਘ ਜੀ, ਉਹਨਾਂ ਦੇ ਪਰਿਵਾਰਾਂ ਨੂੰ ਚੇਚੇ ਤੌਰ ਤੇ ਉਸ ਸ਼ਤਾਬਦੀ ਦੇ ਉੱਤੇ ਸਨਮਾਨਿਤ ਕੀਤਾ ਜਾਊਗਾ। ਸੋ ਗੁਰੂ ਸਾਹਿਬ ਕਿਰਪਾ ਕਰਨ। ਇਤਿਹਾਸ ਕੌਮ ਦਾ ਵੱਡਾ ਕਈ ਵਾਰੀ ਅਣਗੌਲੇ ਕੀਤਾ ਜਾਂਦਾ, ਇਸ ਕਰਕੇ ਅਸੀਂ ਆਪਣੇ ਯਤਨ ਕੀਤੇ ਵੀ ਕਾਲੇ ਪਾਣੀ ਦਾ ਇਤਿਹਾਸ ਤੇ 75ਵੀਂ ਵਰ੍ਹੇਗੰਢ ਦਾ ਮੁੱਖ ਤੌਰ ਦੇ ਉੱਤੇ ਸਾਡਾ ਉਹ ਜਿਹੜਾ ਜਿਹਨੂੰ ਕਹਿੰਦਾ ਫੋਕਸ ਆ, ਉਹ ਫੋਕਸ ਸਿੱਖਾਂ ਦੇ ਯੋਗਦਾਨ ਦੇ ਵਿੱਚ ਜਿਹੜਾ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਯੋਗਦਾਨ ਹੈ ਉਹਨੂੰ ਚੇਤੇ ਤੌਰ ਤੇ ਸਾਰਾ ਜਿਹੜਾ ਹੈ ਉਹ ਅੰਕਿਤ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ 100 ਸਾਲ ਦਾ ਕਿਤਾਬਚਾ ਜੀ ਜਿਹੜਾ ਤੁਸੀਂ ਕਿਹਾ ਵੀ ਖਰੜਾ ਤਿਆਰ ਕਰ ਦਿੱਤਾ ਗਿਆ ਤੇ ਇਹ ਰਿਲੀਜ਼ ਕਦੋਂ ਕਰਨਾ ਹੈ? ਇਹਦੀ ਤੇ ਤੁਸੀਂ ਪਹਿਲੇ ਦੀ ਦੱਸੀ ਵੀ ਉਦੋਂ ਕਰਨਾ ਰਿਲੀਜ਼। ਨਹੀਂ, ਇਹਦਾ 75ਵੇਂ ਵਰ੍ਹੇਗੰਢ ਨੂੰ ਸਿੱਖਾਂ ਦਾ ਯੋਗਦਾਨ ਜਿਹੜਾ ਅੱਜ ਕੱਲ੍ਹ ਕਾਲੇ ਉਦੋਂ ਕਰੋਗੇ ਤੁਸੀਂ? ਅਣਗੌਲਿਆ ਕੀਤਾ ਗਿਆ। ਨਹੀਂ, ਇਹ ਜਿਹੜਾ ਕਾਲੇ ਪਾਣੀ ਵਾਲਾ ਇਹ ਸਾਡੀ ਬੁੱਕ ਤਿਆਰ ਹੋ ਗਈ ਆ। ਡਾਕਟਰ ਪਰਮਵੀਰ ਸਿੰਘ ਉਹਦੀ ਸਾਰੀ ਘੋਖ ਕਰ ਰਹੇ ਆ ਤੇ ਕਰਨ ਤੋਂ ਬਾਅਦ ਉਹ ਅਸੀਂ ਛੇਤੀ ਨੂੰ ਤਿਆਰ ਕਰ ਦਾਂਗੇ। ਸਾਡਾ ਲਗਭਗ ਉਹ ਤਿਆਰ ਹੀ ਆ ਤੇ ਉਹਨੂੰ ਬੁੱਕ ਦੇ ਵਿੱਚ ਆਪਣੇ ਜਿਹੜੀ ਉਹ ਤਿਆਰ ਕਰਨੀ ਛਾਪਣੀ ਉਹ ਰਹਿੰਦੀ, ਬਾਕੀ ਖੜਾ ਹੋ ਕੇ ਸਾਰਾ ਲੱਗਾ। ਪ੍ਰਧਾਨ ਜੀ, ਜਿਹੜਾ ਨਗਰ ਕੀਰਤਨ ਆ ਉਹ ਵਿਸ਼ੇਸ਼ ਕੱਢਿਆ ਜਾਏਗਾ ਸ਼ਤਾਬਦੀ ਦੇ ਮੌਕੇ ਜਿਹੜੀ ਨਗਰ ਕੀਰਤਨ ਨਹੀਂ ਗਾ ਹਲੇ ਸਾਡਾ। ਅਸੀਂ ਇਹਦੇ ਵਿੱਚ ਸਿਰਫ ਅਸੀਂ ਗੁਰੂ ਕੇ ਮਹਿਰ ਰਾਤ ਨੂੰ 20 ਤਰੀਕ ਨੂੰ ਉੱਤੇ ਕੀਰਤਨ ਦਰਬਾਰ ਆ, ਨਗਰ ਕੀਰਤਨ ਨਹੀਂ ਰੱਖਿਆ ਤੇ ਨਗਰ ਕੀਰਤਨ ਰੂਟੀਨ ਚ ਹੁੰਦਾ ਜੀ। ਉਹਦਾ ਰੂਟੀਨ ਦੇ ਵਿੱਚ ਆ, ਇਹਨੂੰ ਚੇਚੇ ਤੌਰ ਜਿੱਦਾਂ ਆਪਾਂ ਕਹਿੰਦੇ ਨਾ ਬਾਹਰਲੇ ਪਾਸੇ ਜਾਂ ਹੋਰ, ਕਿਉਂਕਿ ਇਹਦਾ ਹਰ ਸਾਲ ਸਤਿਗੁਰੂ ਜੀ ਦੀ ਸਮਰਪਿਤ ਜਿਹੜਾ ਇੱਥੋਂ ਅਕਾਲ ਤਖਤ ਤੋਂ ਸਾਹਿਬ ਤੋਂ ਜਾ ਕੇ ਉੱਥੇ ਸਮਾਪਤੀ ਹੁੰਦੀ, ਉਹਦਾ ਕੱਢਾਂਗੇ ਹੀ। ਪਰ ਉਦਾਂ ਚੇਚੇ ਤੌਰ ਦੇ ਉੱਤੇ ਕੋਈ ਉਵੇਂ ਇਤਿਹਾਸਕ ਨਹੀਂ ਰੱਖਿਆ ਪਿਆ ਆਲੇ ਦੁਆਲੇ। ਉਹ ਸਿਰਫ ਇੱਥੋਂ ਜਿਹੜੀ ਪਰੰਪਰਾ ਸਾਡੀ ਚੱਲਦੀ, ਉਹ ਪਰੰਪਰਾ ਤੋਂ ਸਾਡੀ ਉਦਾਂ ਚੱਲੂਗੀ। ਕਿੰਨੇ ਕੀ ਸੰਗਤ ਦੀ ਮੰਗ ਕਰਦੇ ਆ ਆਪਾਂ ਕਿ ਪੰਜਾ ਸਾਹਿਬ ਸ਼ਤਾਬਦੀ ਮੌਕੇ ਪਾਕਿਸਤਾਨ ਵੀਜ਼ਾ ਦੇਵੇ ਸਾਨੂੰ ਜਥੇ ਵਾਸਤੇ? ਅਸੀਂ ਤਾਂ ਕਹਿੰਦੇ ਵੱਧ ਤੋਂ ਵੱਧ ਦੇਣ ਸਾਨੂੰ, ਘੱਟੋ ਘੱਟ 5000 ਦੀ ਸਾਨੂੰ ਪਰਮਿਸ਼ਨ ਦੇਣ, ਕਿਉਂਕਿ ਲੋਕਾਂ ਦੇ ਮਨਾਂ 'ਚ ਚਾਹ ਹੋਊਗਾ ਬਾਹਰੋਂ ਵੀ ਕੁਝ ਨਾ ਕੁਝ ਆਉਣਗੇ। ਫਿਰ ਅਸੀਂ ਵੀ ਮੰਗਦਾ ਰੱਖਦੇ ਵੱਧ ਤੋਂ ਵੱਧ, ਜੇ ਭਾਵੇਂ ਥੋੜੇ ਜਾਣ ਪਰ ਵੀਜ਼ੇ ਤੇ ਵੱਧ ਤੋਂ ਵੱਧ ਸਾਨੂੰ ਦੇਣ। ਤਾਂ ਜਿਹੜਾ ਭਗਵੰਤ ਮਾਨ ਦੀ ਇਲਜ਼ਾਮ ਲੱਗੇ ਨਹੀਂ ਸ਼ਰਾਬ ਪੀ ਕੇ ਦਰਬਾਰ ਸਾਹਿਬ ਜਾਊਗਾ ਜੀ। ਦੇਖੋ, ਬੇਨਤੀ ਇਹ ਆ ਕਿ ਸਿੱਖ ਜਿਹੜੀਆਂ ਪਰੰਪਰਾਵਾਂ ਤੇ ਗੁਰੂ ਘਰ ਦੀਆਂ ਜਿਹੜੀਆਂ ਪਰੰਪਰਾਵਾਂ ਤੇ ਰਹਿਤ ਮਰਿਆਦਾ ਆ, ਉਹਦੇ ਵਿੱਚ ਆ ਹੁਣ ਵੀ ਤੁਸੀਂ ਦੇਖਿਆ ਹੋਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹ ਸਾਰਾ ਥਾਂ ਤੇ ਲਿਖ ਕੇ ਲਾਇਆ ਕਿ ਅੰਦਰ ਕੋਈ ਵੀ ਨਸ਼ੇ ਦੀ ਚੀਜ਼ ਜਿਹੜੀ ਨਾ ਲਿਜਾਈ ਜਾਵੇ। ਤੇ ਜਿਹੜੇ ਚੰਗੇ ਸਿਆਣੇ ਮਨੁੱਖ ਆ ਉਹ ਐਵੇਂ ਦੀ ਕਦੇ ਵੀ ਗੁਸਤਾਖੀ ਨਹੀਂ ਕਰਦੇ, ਤੇ ਜੇ ਉਹ ਕਰਦਾ ਆ ਤਾਂ ਫਿਰ ਮੈਂ ਸਮਝਦਾ ਉਹ ਫਿਰ ਗੁਰੂ ਦਾ ਦੇਣਦਾਰ ਬਣਦਾ। ਜੇ ਕੋਈ ਕਿਸੇ ਵੀ ਢੰਗ ਦੇ ਨਾਲ ਕੋਈ ਨਸ਼ੇ ਦੀ ਵਰਤੋਂ ਕਰਕੇ ਜਾਂਦਾ, ਉਹ ਫਿਰ ਸਤਿਗੁਰੂ ਜੀ ਦੀ ਖੁਸ਼ੀ ਦਾ ਪਾਤਰ ਨਹੀਂ ਬਣਦਾ। ਸਰ, ਕਸ਼ਮੀਰ ਫਾਈਲਸ ਦੀ ਤਰ੍ਹਾਂ ਦੇ ਉੱਤੇ ਜੀ ਦਿੱਲੀ ਫਾਈਲਸ ਬਣਨ ਜਾ ਰਹੀ ਹੈ ਜੀ। ਮੈਂ ਐਕਸ਼ਨ ਕਾਹਨੂੰ ਲਊਂਗਾ ਉਹਦੇ ਖਿਲਾਫ ਤਾਂ ਦੇਖੋ ਜੇ ਕੋਈ ਵਗਿਆ ਹੋਈ ਹੈ ਤੇ ਗੁਰੂ ਸਾਹਿਬ ਕਰਨਗੇ। ਇਹ ਕੋਈ ਕਿਉਂਕਿ ਹਾਰਡ ਐਂਡ ਫਾਸਟ ਧਰਮ ਤਾਂ ਇੱਕ ਅੰਦਰੋਂ ਗ੍ਰਹਿਣ ਕਰਨ ਵਾਲੀ ਚੀਜ਼ ਹੈ। ਪ੍ਰਧਾਨ ਜੀ, ਜਿਹੜੇ ਤੁਹਾਡੇ ਤਖਤ ਸਾਹਿਬਾਨ ਦੇ ਉੱਤੇ ਪਤਿਤ ਨੂੰ ਸਰੋਪਾ ਨਹੀਂ ਦਿੱਤਾ ਜਾ ਸਕਦਾ, ਉੱਥੇ ਸਰੋਪਾ ਦਿੱਤਾ ਗਿਆ। ਬਲਦੇਵ ਸਿੰਘ ਚੁੰਗਾ ਮੈਂਬਰ ਸ਼੍ਰੋਮਣੀ ਕਮੇਟੀ ਉਹ ਕਹਿੰਦੇ ਪਏ ਨੇ ਜੀ ਕਿ ਭਗਵੰਤ ਮਾਨ ਨੇ ਸ਼ਰਾਬ ਨਹੀਂ ਸੀ ਪੀਤੀ ਕੋਈ। ਮੈਂ ਆਉਂਦੀ ਅਸੀਂ 26 ਤਰੀਕ ਰੱਖੀ ਆ, 26 ਤਰੀਕ ਨੂੰ ਅਸੀਂ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਆ ਆਪਣੀ। ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਉਸ ਦਿਨ ਮੀਟਿੰਗ ਦੇ ਵਿੱਚ ਆਉਂਦੀ ਫਿਰ ਆਪਣੇ ਫੈਸਲੇ ਕਰਕੇ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਵੀ ਅਸੀਂ, ਕਿਉਂਕਿ ਮੈਂ ਆਪ ਵੀ ਨਹੀਂ ਚਾਹੁੰਦਾ ਕਿ ਪਵਿੱਤਰ ਤਖਤਾਂ ਦੇ ਉੱਤੇ ਵੀ ਤੇ ਆਮ ਵੀ ਇੱਕ ਸਾਡੀ ਬੜੀ ਵੱਡੀ ਪਰੰਪਰਾ ਬਣ ਗਈ ਤੇ ਸਿਰਪਾਉ ਤੇ ਦਿੱਤਾ ਜਾਵੇ। ਉਹ ਸਿਰਪਾਉ ਦੀ ਪਰੰਪਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਧਾਰਿਤ ਆ, ਦਾੜੀ ਕਟਾ ਦਾੜੀ ਰੰਗੇ ਵਾਲਾ
ਪਤਾ ਤੁਹਾਨੂੰ ਨਹੀਂ ਦਿੱਤਾ ਜਾਂਦਾ। ਤੇ ਉਹਦੇ ਲਈ ਅਸੀਂ ਹੁਣ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਬੈਠ ਕੇ, ਉਸ ਫੈਸਲੇ ਮੁਤਾਬਕ ਸਾਨੂੰ ਉਹਨੂੰ ਕਨਵੇ ਕੀਤਾ ਜਾਵੇ। ਕਸ਼ਮੀਰ ਫਾਈਲਸ ਦੀ ਤਾਂ ਤਰਜ ਹੈ ਜੀ, ਦਿੱਲੀ ਫਾਈਲਸ ਬਣਾਈ ਜਾ ਰਹੀ ਹੈ, ਦਿੱਲੀ ਫਾਈਲਸ ਬਣਾਉਣ ਦੀ ਗੱਲ ਕੀਤੀ ਜਾ ਰਹੀ ਕਸ਼ਮੀਰ ਫਾਈਲਸ ਦੀ ਤਰਜ ਦੇ ਉੱਤੇ, ਤੇ ਸਿਰਸਾ ਜੀ ਨੇ ਵੀ ਉਹਦੀ ਮੰਗ ਕੀਤੀ ਹੈ। ਤੇ ਤੁਸੀਂ ਕਿਸ ਤਰ੍ਹਾਂ, ਤੁਹਾਡਾ ਕੀ ਕਾਲ ਆ ਉਹਨੂੰ ਲੈ ਕੇ? ਮੈਂ ਤਾਂ ਹਾਲੇ ਦੇ ਗੋਲ ਨਹੀਂ ਹੋਇਆ ਜਿਹੜਾ ਤੁਹਾਡਾ ਸਵਾਲ ਹੈ। ਕਸ਼ਮੀਰ ਫਾਈਲਸ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ ਗਿਆ ਜੀ, ਵੈਕੂਏਟ ਕੀਤਾ ਗਿਆ ਅੱਤਵਾਦੀਆਂ ਵੱਲੋਂ, ਉਹਦੇ ਤੇ ਇੱਕ ਫਿਲਮ ਬਣੀ ਸੀ। ਇਸੇ ਤਰ੍ਹਾਂ ਹੀ ਦਿੱਲੀ ਫਾਈਲਸ ਬਣ ਰਹੀ ਜਿਸ 84 ਦੇ ਦੰਗਿਆਂ ਦੇ ਉੱਤੇ, ਉਸੇ ਸੇਮ ਡਾਇਰੈਕਟਰ ਚਲੋ ਪ੍ਰੋਡਿਊਸਰ ਇਹ ਤਾਂ ਵੱਲੋਂ। ਹੁਣ ਇਹ ਆਪਣੀ ਉਹਨਾਂ ਦੀ ਦਿੱਲੀ ਕਮੇਟੀ ਵਾਲਿਆਂ ਦੀ ਆਪਦੀ ਮਰਜ਼ੀ ਹੈ, ਜੇ ਉਹ ਕੱਢਦੇ ਆ ਕੁਝ ਉਹਨਾਂ ਨੂੰ ਹੈਗਾ ਤੇ ਉਹ ਨਹੀਂ, ਦਿੱਲੀ ਕਮੇਟੀ ਦੀ ਨਹੀਂ, ਪ੍ਰੋਡਿਊਸਰ ਬਣਾ ਰਹੇ ਆ, ਲੇਕਿਨ ਉਹਨੇ ਚਲੋ, endorse ਕੀਤਾ ਇਸ ਗੱਲ ਨੂੰ। ਮਤਲਬ ਤੁਸੀਂ ਕੀ ਸਮਝਦੇ ਇਸ ਗੱਲ ਨੂੰ? ਮਤਲਬ ਸਾਹਮਣੇ ਆਉਣਾ ਜੇ ਚਾਹੀਦਾ ਜੇ ਚੰਗੀ ਗੱਲ ਕੋ ਕਰਦਾ ਹੈ ਤਾਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਤੇ ਇੱਕ ਗਿਆਨੀ ਇਕਬਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਪੱਗ ਲੱਥੀ ਦੀ, ਪੱਗ ਲੱਥੀ ਦੀ, ਉਹ ਬੜੀ ਬਹੁਤ ਵਾਇਰਲ ਹੋ ਰਹੀ ਹੈ ਜੀ, ਗਿਆਨੀ ਇਕਬਾਲ ਸਿੰਘ ਪੱਗ ਦੀ। ਕਿਸੇ ਸਿੱਖ ਦੀ ਨਹੀਂ ਲਿਖਣੀ ਚਾਹੀਦੀ। ਪੱਗ ਜਿਹੜੀ ਆ ਇਹ ਸਾਡਾ ਆਦਬ ਤੇ ਸਤਿਕਾਰ, ਸਿੱਖ ਦੀ ਸ਼ਾਨ ਹੈ, ਨਹੀਂ ਲਿਖਣੀ ਚਾਹੀਦੀ। तो प्रधान साहब गुरुद्वारा साहब ਦੇ ਅੰਦਰ ਇਸ ਤਰ੍ਹਾਂ ਪੱਗਾਂ ਲੱਥੀਆਂ, ਉਹ ਵੀ ਕਿ ਕੋਈ ਹੋਰ ਧਰਮ ਦਾ ਵਿਅਕਤੀ ਹੋਵੇ ਤੇ ਅਸੀਂ ਕਹਿ ਸਕਦੇ ਹਾਂ, ਲੇਕਿਨ ਉੱਥੇ ਵੀ ਜੇ ਸੀ ਉਹ ਵੀ ਸਿੱਖ ਸੀਗੇ ਔਰ ਸਾਰੇ ਜਿਹੜੇ ਕੋਈ ਪਤਾ ਨਹੀਂ ਸੀ ਸਾਰਾ ਧਰਮ ਦੇ ਲੋਕ ਹੀ ਸੀਗੇ। ਮੈਂ ਪਹਿਲਾਂ ਕਹਿ ਚੁੱਕਾ ਕਿ ਪੱਗ ਜਿਹੜੀ ਲਿਖਣੀ ਆ ਇਹ ਚੰਗੀ ਗੱਲ ਨਹੀਂ। ਉਹਦੇ 'ਚ ਕੋਈ ਕਾਰਵਾਈ ਤੁਸੀਂ ਕਰਨ ਜਾ ਰਹੇ ਹੋ ਕਿਸੇ ਦੇ ਉੱਤੇ? ਕਾਰਵਾਈ ਤਾਂ ਇਹ ਕਾਲ ਤੱਕ ਜਾਂ ਹੋਰ ਕੋ ਕਰਨਗੇ। ਸ਼੍ਰੋਮਣੀ ਕਮੇਟੀ ਦਾ ਕੋਈ ਲਾਅ ਬਾਈਂਡਿੰਗ ਫੋਰਸ ਥੋੜੋ ਜਿਹੜੀ ਇਹ ਤੇ ਭਗਵੰਤ ਮਾਨ ਵਾਲੇ ਕੇਸ ਵੀ ਸਰ ਤੁਸੀਂ ਕੁਝ ਕਰਨ ਜਾ ਰਹੇ ਹੋ? ਉਹਦੇ ਸਾਹਿਬ ਹੀ ਵਿੱਚ ਕਰਨਗੇ? ਨਹੀਂ, ਉਹਦੇ ਵਿੱਚ ਦੇਖੋ ਉਹ ਤਾਂ ਗੁਰੂ ਦੀ ਤਾਂ ਸਿੱਖ ਦੀ ਗੱਲ ਆ, ਉਹ ਤਾਂ ਸਤਿਗੁਰੂ ਦੀ ਆ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕੀ ਕਰਨਾ। ਨਹੀਂ, ਇਸੇ ਗੱਲ ਨੂੰ ਮੈਂ ਵੀ ਇਹੋ ਪੁੱਛਣਾ ਸੀਗਾ ਜੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹਦੇ ਬਾਰੇ ਬਿਆਨਬਾਜ਼ੀ ਕੀਤੀ ਸੀ, ਉਹਨਾਂ ਤੇ ਦੋਸ਼ ਲੱਗਾ ਭਗਵੰਤ ਮਾਨ ਦੇ ਸ਼ਰਾਬ ਦਾ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ ਨੇ ਵੀ ਕੱਲ ਸਟੇਟਮੈਂਟ ਜਾਰੀ ਕੀਤੀ। ਇਹਦੇ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਹਲੇ ਤੱਕ ਵੀ ਕਿ ਉਹ ਬਣਦੀ ਨਹੀਂ ਸੀਗੀ ਜਾਂ ਸ਼ੱਕ ਹੈ ਉਹਨਾਂ ਦੇ ਵੀ ਕੀਤਾ ਉਹਨਾਂ ਨੇ ਬਤਾ ਜਾਂ ਨਹੀਂ ਕੀਤਾ। ਦੇਖੋ ਇਹ ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਆਪਣਾ ਪੈਰੋਗੇਟਰ ਆ, ਜਦੋਂ ਕੋਈ ਬੰਦਾ ਉਹਨਾਂ ਨੂੰ ਕਰੂਗਾ ਅਪਰੋਚ ਤੇ ਨੈਚੁਰਲੀ ਉਹ ਬੰਦਾ ਉਹਦੇ ਤੇ ਆਪਣਾ ਐਕਸ਼ਨ ਲੈਣ। ਪਰ ਇਹ ਤਾਂ ਕੀਤੀ ਨਹੀਂ ਜੀ ਕਿਸੇ ਨੇ ਸ਼੍ਰੋਮਣੀ। ਇਹ ਤਾਂ ਹੁਣ ਮੈਨੂੰ ਪਤਾ ਨਹੀਂ ਕਿਉਂਕਿ ਇਹ ਤਾਂ ਜਥੇਦਾਰ ਸਾਹਿਬ ਹੀ ਦੱਸ ਸਕਦੇ ਵੀ ਕੀਤੀ ਕਿ ਤੁਸੀਂ ਨਹੀਂ। ਕਰੋਗੇ ਕੰਪਲੇਂਟ? ਇੱਕ ਪ੍ਰਧਾਨ ਜੀ ਜਿਹੜੀ ਤੁਸੀਂ ਕਰੋਗੇ ਕੰਪਲੇਂਟ? ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਗੁਰੂ ਘਰ ਦੀ ਪਰੰਪਰਾ ਮਰਿਆਦਾ ਆ, ਉਹ ਮਰਿਆਦਾ ਸਿੱਖ ਨੂੰ ਨਹੀਂ ਉਲੰਘਣ ਕਰਨਾ ਚਾਹੀਦਾ। ਤੇ ਜੇ ਕੋਈ ਉਲੰਘਣ ਕਰਦਾ ਆ ਤਾਂ ਫਿਰ ਉਹ ਆਪਣਾ ਗੁਰੂ ਦਾ ਦੋਸ਼ੀ ਹੋਊਗਾ, ਮੇਰਾ ਥੋੜਾ ਦੋਸ਼ੀ ਆ। ਪ੍ਰਧਾਨ ਜੀ ਸੀਐਮ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ ਗੁਰਬਾਣੀ ਦੇ ਪ੍ਰਸਾਰ ਦੇ ਲਈ, ਉਹਦਾ ਕੋਈ ਜਵਾਬ ਤੁਹਾਡੇ ਵੱਲੋਂ? ਉਹਦਾ ਜਵਾਬ ਅਸੀਂ ਇੱਕ ਅੱਧੇ ਦਿਨ 'ਚ ਫਾਈਲ ਕਰ ਰਹੇ ਹਾਂ। ਉਹਨਾਂ ਨੂੰ ਫਾਈਲ ਨਹੀਂ ਕਰ ਰਹੇ, ਉਹਨਾਂ ਨੇ ਜੋ ਦਿੱਤੀਆਂ 6000 ਕੀਤੀਆਂ ਉਹਦਾ ਰਿਪਲਾਈ ਜਿਹੜਾ ਉਹਨਾਂ ਨੂੰ ਇੱਕ ਅੱਧੇ ਦਿਨ 'ਚ ਕਰਕੇ ਦੇ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।